जय जिनेंद्र। आत्मा चैनल देख रहे सभी दर्शकों का स्वागत है। मैं राजेश मेहरा। आइए एक नजर डालते हैं आज के धार्मिक और सामाजिक समाचारों पर। गुरदासपुर शहर के बटाला में ऐतिहासिक गुरुद्वारा श्री कंद साहब से दशमेश पिता श्री गुरु गोविंद सिंह जी के प्रकाश पर्व को समर्पित 5 प्यारों की अगुवाई और श्री गुरु ग्रंथ साहब जी की छत्रछाया में विशाल नगर कीर्तन निकाला गया। नगर कीर्तन संगत के काफिले समेत गुरु घर से शुरू होकर जयकारों की गूंज के साथ शहर की अलग अलग जगहों से होता हुआ वापस गुरु घर आकर संपन्न हुआ। इस मौके जगह जगह पर संगत की तरफ से रास्ते में लंगर लगाए गए। इस नगर कीर्तन में पहुंची गुरु संगत की बानी का आनंद मानती हुई गुरु की रंगत में रंग गई। जगह जगह नगर कीर्तन का स्वागत सिख संगतों की तरफ से किया गया। कोरोना काल के बाद बटाला में गुरुद्वारा श्री कंद साहब में से जब पहला नगर कीर्तन निकाला जा रहा है, वहीं सिख संगत के अलावा इलाकों के सभी धर्मों के लोग भी इस नगर कीर्तन का स्वागत करते दिखाई दिए और दशमेश पिता के आगे नतमस्तक हुए। वाहिगुरु जी का खालसा, वाहिगुरु जी की फतेह। मैं गुरिंदरपाल सिंह गोरा, मैंबर श्रोमणी गुरुद्वारा प्रबंधक कमेटी, ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਧੰਨ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇਣਾ। ਔਰ ਗੁਰੂ ਨੇ ਰਹਿਮਤ ਕੀਤੀ ਹੈ। ਕਰੋਨਾ ਮਹਾਮਾਰੀ ਤੋਂ ਬਾਅਦ ਅੱਜ ਗੁਰਦੁਆਰਾ ਕੰਧ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰਛਾਇਆ 5 ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ। ਸੰਗਤਾਂ ਨੇ ਸਵੇਰ ਤੋਂ ਹੀ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਇਆ। ਮੈਂ ਸਮੁੱਚੀ ਸੰਗਤ ਦਾ ਧੰਨਵਾਦ ਵੀ ਕਰਨਾ, ਸਮੁੱਚੀ ਸੰਗਤ ਨੂੰ ਵਧਾਈ ਵੀ ਦੇਣਾ। ਔਰ ਨਾਲ ਅੱਜ ਦੇ ਦਿਨ ਤੇ ਕਿਉਂਕਿ ਪੋਹ ਦਾ ਮਹੀਨਾ ਕਲਗੀਧਰ ਪਾਤਸ਼ਾਹ ਨੇ ਆਪਣੇ ਪੁੱਤਰ ਕੁਰਬਾਨ ਕੀਤੇ, ਹੁਣ ਪੋਹ ਤੋਂ ਬਾਅਦ ਮਾਘ ਚੜ੍ਹ ਗਿਆ। ਅੱਜ ਕੇਂਦਰ ਦੀ ਸਰਕਾਰ ਵੱਲੋਂ ਜੋ ਕਾਲਾ ਕਾਨੂੰਨ ਕਿਸਾਨਾਂ ਦੇ ਪ੍ਰਤੀ ਬਣਾਇਆ, ਕਿਸਾਨਾਂ ਨੂੰ ਉਹ ਪਸੰਦ ਨਹੀਂ, ਵਪਾਰੀਆਂ ਨੂੰ ਉਹ ਪਸੰਦ ਨਹੀਂ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀਆਂ ਕੁਰਬਾਨੀਆਂ ਕਲਗੀਧਰ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰ ਕੇ ਪੋਹ ਦੇ ਮਹੀਨੇ ਦਿੱਤੀਆਂ, ਉਹ ਕਿਸਾਨੀ ਵੀ ਅੱਜ ਉਹ ਕੁਰਬਾਨੀਆਂ ਦੇ ਰਹੀ ਹੈ। ਤੇ ਮੋਦੀ ਸਾਹਿਬ ਨੂੰ ਬੇਨਤੀ ਹੈ ਨਿਮਰਤਾ ਸਾਹਿਬ, ਜੇ ਵਾਕਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਜੇ ਵਾਕਈ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਦੀ ਸ਼ਹਾਦਤ ਨੂੰ ਤੁਸੀਂ ਸਮਰਪਿਤ ਹੋ, ਫਿਰ ਇਹ ਕਾਲਾ ਕਾਨੂੰਨ ਵਾਪਸ ਲੈ ਕੇ ਅੱਜ ਦੇ ਦਿਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੋ। ਇਹ ਹੀ ਅਸਲੀ ਸਾਰਾ ਮਨੋਰਥ ਹੋਏਗਾ। ਬਹੁਤ ਬਹੁਤ ਸਮੁੱਚੀ ਸੰਗਤ ਦਾ ਧੰਨਵਾਦ। ਕਿਸਾਨਾਂ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਕੰਧ ਸਾਹਿਬ ਵੱਲੋਂ ਅੱਜ ਦੇ ਮਹਾਨ ਨਗਰ ਕੀਰਤਨ 'ਚ ਅਰਦਾਸ ਕੀਤੀ ਜਾਂਦੀ, ਉਹਨਾਂ ਦੀ ਕਾਮਯਾਬੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਖੁਸ਼ੀਆਂ ਭਰਾ ਦਿਹਾੜਾ ਹੈ। ਅੱਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ 5 ਪਿਆਰਿਆਂ ਦੀ ਰਹਿਨਮਾਈ ਅਗਵਾਈ ਦੇ ਵਿੱਚ ਆਰੰਭ ਹੋਇਆ ਹੈ। ਜੋ ਖਾਲਸਾਈ ਜਕਾਰਾਂ ਤੇ ਫੁੱਲਾਂ ਦੀ ਵਰਖਾ ਨਾਲ ਸੰਗਤਾਂ ਨੇ ਇਸ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ਤੇ ਸਵਾਗਤ ਕੀਤਾ ਜਾ ਰਿਹਾ ਹੈ। ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਅਚਲੀ ਗੇਟ, ਧਰਮਪੁਰਾ ਕਲੋਨੀ, ਸਰਕਾਰੀ ਹਸਪਤਾਲ, ਕਾਦੀਆਂ ਚੁੰਗੀ, ਵੱਖ-ਵੱਖ ਥਾਵਾਂ ਦੀ ਯਾਤਰਾ ਕਰਦਾ ਹੋਇਆ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਗੁਰਦੁਆਰਾ ਤੋਂ ਹੁੰਦਾ ਹੋਇਆ ਸ਼ਾਮ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਕੰਧ ਸਾਹਿਬ ਵਿਖੇ ਸਮਾਪਤ ਹੋਏਗਾ। ਸੰਗਤਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਸੰਗਤਾਂ ਨੇ ਜਾਲ ਡੈਕੋਰੇਸ਼ਨ, ਸਵਾਗਤੀ ਗੇਟ, ਝੰਡੇ, ਬੈਨਰ, ਵੱਖ-ਵੱਖ ਥਾਵਾਂ ਤੇ ਚਾਹ, ਪਕੌੜੇ, ਫਲ ਫਰੂਟ ਆਦਿ ਸੰਗਤਾਂ ਵਾਸਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕਰਕੇ ਅਟੁੱਟ ਲੰਗਰ ਵਰਤਾਏ ਜਾ ਰਹੇ ਹਨ। ਮੈਂ ਸਮਝਦਾ ਇਹ ਜੋ ਨਗਰ ਕੀਰਤਨ ਹੈ ਕਰੋਨਾ ਮਹਾਮਾਰੀ ਤੋਂ ਬਾਅਦ ਪਹਿਲਾ ਨਗਰ ਕੀਰਤਨ ਜੋ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਤੋਂ ਆਰੰਭ ਹੋਇਆ। ਇਸ ਨਗਰ ਕੀਰਤਨ ਨੂੰ ਲੋਕ ਬਾਬੇ ਨਾਨਕ ਦੇ ਵਿਆਹਪੁਰ ਦਾ ਨਗਰ ਕੀਰਤਨ ਸਮਝ ਕੇ ਇਹ ਵਿੱਚ ਵੱਡੀ ਤਾਦਾਦ ਵਿੱਚ ਸੰਗਤਾਂ ਸ਼ਾਮਲ ਹੋ ਰਹੀਆਂ। ਮੈਂ ਸਮੁੱਚੀ ਸੰਗਤ ਨੂੰ ਅੱਜ ਦੇ ਇਸ ਸ਼ੁਭ ਅਵਸਰ ਤੇ ਆਪਣੇ ਵੱਲੋਂ ਸਤਿਕਾਰਯੋਗ ਬੀਬੀ ਜਗੀਰ ਕੌਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾਨ, ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ। ਜੋ ਸੰਗਤਾਂ ਇਸ ਨਗਰ ਕੀਰਤਨ ਵਿੱਚ ਨਤਮਸਤਕ ਹੋਣ ਵਾਸਤੇ ਆਈਆਂ, ਮੈਂ ਉਹਨਾਂ ਨੂੰ ਆਪਣੇ ਵੱਲੋਂ ਇਸ ਸੰਸਥਾ ਵੱਲੋਂ ਜੀ ਆਖਦਾ ਹਾਂ। ਸਮੁੱਚੀ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਦੇ ਸੰਬੰਧ ਵਿੱਚ ਅੱਜ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਤੋਂ ਨਿਕਲ ਰਿਹਾ। ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਇਸ ਦਿਹਾੜੇ ਦੀ ਵਧਾਈ ਦੇਣਾ ਵਾਂ ਔਰ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਵਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਇਹ ਕਾਲੇ ਕਾਨੂੰਨ ਵਾਪਸ ਲੈ ਲਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
गुरदासपुर से जितेंद्र कुंडल की रिपोर्ट। महानगर लुधियाना में आज कोरोना वायरस के लिए फिर से इंजेक्शन लगाने के मौके पर स्वास्थ्य विभाग के कर्मचारियों ने इंजेक्शन दिए। अफवाहें भी घूम रही हैं कि जिन लोगों को इंजेक्शन मिला है उन्हें इंजेक्शन के बाद थोड़ी घबराहट महसूस हो सकती है, लेकिन बाकी सब कुछ ठीक रहा है। सरकार लोगों की कोरोना वैक्सीन लगाने के लिए जहां पूरा भरोसा दिला रही है, वहीं आने वाले समय में कोरोना डोज लगाने के लिए विशेष तौर पर कैंप लगाकर लोगों को जागरूक किया जा रहा है ताकि ज्यादा से ज्यादा लोग इस वैक्सीन को लगा सकें। डॉक्टर हरतिंदर SMO ART ਸਿਵਲ ਹਸਪੀਟਲ ਲੁਧਿਆਣਾ। ਜਿਹੜੀ ਕੋਵਿਡ ਦੀ ਵੈਕਸੀਨੇਸ਼ਨ ਹੈ ਸਿਵਲ ਹਸਪੀਟਲ ਦੇ ਵਿੱਚ ਸੈਸ਼ਨ ਸਾਈਟ ਬਣੀ ਹੈ। ਇਨ ਐਡੀਸ਼ਨ ਟੂ ਦਿਸ ਲੁਧਿਆਣੇ ਦੇ ਵਿੱਚ CMC DMC SDH ਖੰਨਾ ਔਰ ਜਗਰਾਉਂ ਬਣੀ ਹੈ। ਹਲੇ 5 ਸੈਸ਼ਨ ਸਾਈਟਸ ਤੇ ਹੀ ਸਟਾਰਟ ਹੋਈ ਹੈ। ਉਸ ਤੋਂ ਬਾਅਦ ਅਕੋਰਡਿੰਗਲੀ ਜਿਹੜੀਆਂ ਹੈਗੀਆਂ ਸੈਸ਼ਨ ਸਾਈਟਸ ਮਤਲਬ ਵਧਾਈਆਂ ਜਾਣਗੀਆਂ ਜਿਸ ਤਰ੍ਹਾਂ ਉਹ ਡਿਮਾਂਡ ਹੋਏਗੀ ਜਾਂ ਰੈਕੁਇਜ਼ੀਸ਼ਨ ਹੋਏਗੀ। ਜਨਰਲ ਲੋਕ ਨੇ ਉਹ ਕਦੋਂ ਕੁ ਮਤਲਬ ਇਹਦਾ ਲਾਭ ਉਠਾ ਸਕਣ? ਹਲੇ ਫਸਟ ਫੇਜ਼ ਦੇ ਵਿੱਚ ਜਿਹੜੀ ਵੈਕਸੀਨੇਸ਼ਨ ਹੈ ਇਹ ਹੈਲਥ ਕੇਅਰ ਵਰਕਰਸ ਨੂੰ ਲੱਗ ਰਹੀ ਹੈਗੀ। ਸੈਕੰਡ ਫੇਜ਼ ਦੇ ਵਿੱਚ ਇਹ ਫਰੰਟ ਲਾਈਨ ਵਰਕਰਸ ਨੂੰ ਲੱਗੇਗੀ, ਜਿਹਦੇ ਵਿੱਚ ਪੁਲਿਸ ਕਾਰਪੋਰੇਸ਼ਨ ਤੇ ਫਾਇਰ ਬ੍ਰਿਗੇਡ ਤੇ ਪੈਰਾਮਿਲਟਰੀ ਫੋਰਸਿਸ ਵਗੈਰਾ। ਉਸ ਤੋਂ ਬਾਅਦ ਇਹ ਉਹ ਵਾਲੇ ਮਰੀਜ਼ ਜਿਨ੍ਹਾਂ ਨੂੰ ਕੋਮੋਰਬਿਡਿਟੀਜ਼ ਹੈ, ਜਿਨ੍ਹਾਂ ਨੂੰ ਨਾਲ ਕੋਈ ਬਲੱਡ ਪ੍ਰੈਸ਼ਰ ਹੈ, ਡਾਇਬੀਟੀਜ਼ ਹੈ, ਕੋਈ ਕੋਰਨਰੀ ਆਰਟਰੀ ਡਿਜ਼ੀਜ਼ ਹੈ, ਉਹਨਾਂ ਨੂੰ ਲੱਗੇਗੀ। ਉਸ ਤੋਂ ਨੈਕਸਟ ਫੇਜ਼ 'ਚ ਫਿਰ 50+ ਵਾਲਿਆਂ ਨੂੰ ਲੱਗੇਗੀ। ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਦੀਆਂ ਗਵਰਨਮੈਂਟ ਦੀਆਂ ਗਾਈਡਲਾਈਨਸ ਆਉਣਗੀਆਂ ਉਸ ਤੋਂ ਬਾਅਦ ਜਨਰਲ ਪੋਪੂਲੇਸ਼ਨ। ਸਟਾਫ ਹੈ ਜਿਹਨੇ ਮਨਾ ਕੀਤਾ ਹੋਵੇ ਵੈਕਸੀਨ ਲਗਵਾਉਣ? ਮਨਾ ਹਲੇ ਐ ਸੱਚ ਰੋਜ਼ ਸਾਨੂੰ ਇੱਕ ਬੈਨੀਫੀਸ਼ਰੀ ਦੀ ਲਿਸਟ ਆਉਂਦੀ ਹੈ ਜਿਹੜੀ ਰੂਈ ਐਪ ਦੇ ਵਿੱਚ ਆਉਂਦੀ ਹੈਗੀ ਹੈ। ਉਸ ਦੇ ਵਿੱਚੋਂ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਈ ਹੋਈ ਆ ਉਹਨਾਂ ਨੂੰ ਅਸੀਂ ਇੰਜੈਕਸ਼ਨ ਲਗਾ ਰਹੇ ਹਾਂ। ਅਤੇ ਸੈਟਰਡੇ ਨੂੰ ਸਾਡੇ ਮਤਲਬ 26 ਡਾਕਟਰਸ ਨੇ ਇੰਜੈਕਸ਼ਨ ਲਗਵਾਏ ਹੈ। ਮਨਾ ਐ ਸੱਚ ਨਹੀਂ ਕੀਤਾ, ਪਰ ਇਹ ਵੋਲੰਟਰੀ ਵੈਕਸੀਨ ਹੈ। ਜੋ ਸਾਡੇ ਕੋਲ ਆਈ ਜਾਂਦਾ ਹੈ ਉਸ ਨੂੰ ਅਸੀਂ ਇਹ ਵੈਕਸੀਨੇਸ਼ਨ ਲਗਾਈ ਜਾਂਦੇ ਹਾਂ ਜਿਹੜੇ ਰਜਿਸਟਰਡ ਹੈ। ਨਹੀਂ, ਕੋਈ ਵੀ ਜਿਹੜਾ ਵੈਕਸੀਨੇਸ਼ਨ ਹੈ ਨਾ ਉਹ ਕੰਪਲਸਰੀ ਨਹੀਂ ਹੁੰਦਾ, ਉਹ ਵੋਲੰਟਰੀ ਹੀ ਹੁੰਦਾ ਹੈ। ਅਤੇ ਇਹ ਵੈਕਸੀਨੇਸ਼ਨ ਵੀ ਵੋਲੰਟਰੀ ਹੀ ਹੈ। ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਈ ਹੋਈ ਹੈ ਹੈਲਥ ਕੇਅਰ ਵਰਕਰਸ ਦੀ, ਉਹ ਵੋਲੰਟੈਰੀਲੀ ਜਿਹੜੇ ਸਾਡੇ ਕੋਲ ਆਉਣਗੇ ਅਸੀਂ ਉਹਨਾਂ ਦਾ ਵੈਕਸੀਨੇਸ਼ਨ। ਮੇਰਾ ਨਾਮ ਆਂਚਲ ਸਿੰਘ ਹੈ ਤੇ ਮੈਂ ਆਡੀਓਲੋਜਿਸਟ ਐਂਡ ਸਪੀਚ ਥੈਰੇਪਿਸਟ ਇੱਥੇ ਸਿਵਲ ਹਸਪੀਟਲ 'ਚ। नहीं बिल्कुल नॉर्मल, कुछ कोई फीलिंग नहीं आ रही। जस्ट ईवन वैक्सीन लगान लगे भी कोई पेन नहीं होया। सो आई थिंक सारिਆਂ ਨੂੰ लगवानी चाहिए है सो दैट अपनी हेल्थ सही रहे। बाकियों ਨੂੰ ਇਹੀ ਕਹੂੰਗੀ ਕਿ ਸਾਰੇ ਜਾਣੇ ਇਸ ਵੈਕਸੀਨ ਦੇ ਵਿੱਚ ਸਹਿਯੋਗ ਕਰਨ, ਆਪਣੇ ਪਾਰਟਿਸਿਪੇਟ ਕਰਨ ਤੇ ਵਧੀਆ ਆਪਣੀ ਹੈਲਥ ਨੂੰ ਅੱਛਾ ਰੱਖਣ। ਅਗਰ ਹੈਲਥ ਨਹੀਂ ਹੋਏਗੀ ਤੇ ਅੱਗੇ ਕੰਮ ਕਿਵੇਂ ਕਰੋਗੇ? हाँ जी सर, मेरा नाम राधिका कोहली है। मैं इत्थे ART सेंटर में मैडिकल टैक्नोलॉजिस्ट का काम करती हाँ। तो अज असीं इत्थे कोविड वैक्सीनेशन लगवाने लिए आए हैं तो हुण मेरी वैक्सीनेशन हो चुकी है। मैनूं बहुत अच्छा फील हो रहा, कोई साइड इफेक्ट नहीं है, कोई मेरे पेन नहीं है। फिलहाल मैं बिल्कुल ठीक हाँ। सर लोगों ने बहुत गल्लां बनाईयां होईयां ने, मिसकनसैप्शनस बहुत ने, उहदे बारे थोड़ा सोचा, बट मैं हमेशा पॉजिटिव रही हाँ। तो मैनूं लगता है कि साडा राइट है, सानूं अपने देश लिए अगे आना चाहिए है, सानूं वैक्सीनेशन जरूर करवानी चाहिए है। सर मेरा मैसेज यही है कि सारे नूं अगे आओ, अपनी वैक्सीनेशन करवाओ, कोई इहदे च डर वाली गल नहीं है। तो सारे वैक्सीन होणगे तद ही असीं कोरोना नूं अपने देश तो बाहर कढ सकते हैं। लुधियाना से मोहन के साथ राकेश की रिपोर्ट। पंजाब के कैबिनेट मंत्री साधु सिंह धर्मसोत ने नाभा में पहुंचकर विभिन्न मुद्दों पर चर्चा करते हुए कहा कि पंजाब में नगर परिषद चुनाव पर जो विपक्ष दल सवाल उठा रहे हैं उन्हें चुनाव आयोग से बातचीत करनी चाहिए। भले ही चुनाव आयोग उन्हें 14 फरवरी को मतगणना करने के लिए कहें, इसलिए हम 14 तारीख को तैयार हैं। विपक्षी दल चाहे वे उच्च न्यायालय जाएं या उच्चतम न्यायालय, हमें इसकी परवाह नहीं है। भाजपा नेता अनिल जोशी ने कांग्रेस पर निशाना साधते हुए कहा कि कांग्रेस पार्टी किसान आंदोलन में नगर परिषद चुनाव करा रही है और अगर बाद में चुनाव होते तो कई अलग अलग दलों के नेता हमारे साथ होते। साडा फैसला नहीं है, ये इलैक्शन कमीशन ने अनाउंस की इलैक्शन उन्हें सारे प्रोग्राम ਕਹਿੰਦੇ 3 ਦਿਨ ਦੇ ਵਿੱਚ ਸਮਾਂ ਪਾ ਕੇ ਹੋ ਸਕਦਾ ਕਿ ਤੱਕ सानू कोई फर्क नहीं है, भावें उसे दिन करा लें। इलैक्शन 4 ਵਜੇ खत्म होंदी, 4:30 ਵਜੇ गिनती करा, सानू कोई मतलब नहीं इस गल का। ये इलैक्शन कमीशन नूं चैलेंज है, वो इलैक्शन कमीशन नाल गल करन। ਇਹ ਜਿਹੜਾ ਹੈਗਾ ਕਿਸਾਨੀ ਅੰਦੋਲਨ ਵਿੱਚ ਜਾਣ ਬੁੱਝ ਕੇ ਇਹ ਇਲੈਕਸ਼ਨ ਕਰਾਇਆ ਰਿਹਾ, ਨਹੀਂ ਤਾਂ ਸਾਡੇ ਵੱਲ ਤਾਂ ਬਹੁਤ ਆਗੂ ਆਉਣੇ ਸੀ, ਕਾਂਗਰਸ ਦੇ ਵੀ, ਅਕਾਲੀ ਦਲ ਦੇ ਵੀ, ਹੋਰ ਵੀ। ਭਾਈ ਆਈਡੀ ਥੱਲੇ
ਕੌਣ ਜੋਸ਼ੀ ਜਿਹੜਾ ਬਨੀਸ਼ ਜੋਸ਼ੀ ਵੀ ਇਹ ਬੀਜੇਪੀ ਦਾ ਹੈ? ਕੋਈ ਨਹੀਂ, ਲੋਕ ਜਾਣਦੇ ਨੇ। ਤੁਸੀਂ ਪੰਜਾਬ 'ਚ ਇਲੈਕਸ਼ਨ ਲੜੋ ਕੋਈ, ਫਿਰ ਤੁਹਾਨੂੰ ਦੱਸਣਗੇ। ਉਹ ਕਹਿ ਰਹੇ ਵੀ ਅਸੀਂ ਤਾਂ 23 ਸੀਟਾਂ ਇੱਥੇ ਜਿੱਤਾਂਗੇ, ਭੁਪੇਸ਼ ਅਗਰਵਾਲ ਨੇ ਜਿੱਤ ਲੈਣ ਯਾਰ, ਲੋਕਾਂ ਨੇ ਭਾਜੀ ਵੋਟਾਂ ਪਾਉਣੀਆਂ ਨੇ, ਪਤਾ ਲੱਗ ਜਾਏਗਾ। ਖੱਟ ਤੇ ਨਿੱਕੀ ਦੇ ਮਾਪੇ ਕੀ ਦਿੰਦੇ ਨੇ ਪਤਾ ਲੱਗ ਜਾਏਗਾ। ਨਾਭੇ ਲੋਕ ਵੋਟ ਕਿਹਨੂੰ ਪਾਉਂਦੇ ਨੇ ਉਹ ਤਾਂ ਪਤਾ ਰਿਜ਼ਲਟ ਦੇ ਲੱਗ ਜਾਏਗਾ। ਮੈਂ ਗੱਲਾਂ ਮਾਰੀ ਜਾਵਾਂ, ਉਹ ਗੱਲਾਂ ਮਾਰੀ ਜਾਵਾਂ, ਕਿਸੇ ਦੀ ਕੋਈ ਵੈਲਿਊ नहीं। नाभे की जनता ने फैसला करना। नाभा से सुखचैन सिंह की रिपोर्ट। जहां आज देश भर में किसान महिला दिवस मनाया जा रहा है, वहीं किसान औरतों की तरफ से महिला किसान दिवस मनाकर मोदी सरकार खिलाफ जमकर नारेबाजी की गई और चेतावनी दी गई कि जब काले कानून वापस ना हुए तो हम संघर्ष को और तेज करेंगे और 26 जनवरी को ट्रैक्टर परेड में बढ़ चढ़कर हिस्सा लेंगी। एक तरफ जहां 54 दिनों से किसान नेता लगातार दिल्ली बॉर्डर और केंद्र सरकार खिलाफ धरने दे रहे हैं, वहीं दिल्ली में औरतें भी बढ़ चढ़कर अपना योगदान डाल रही हैं। यदि पंजाब की बात की जाए तो पंजाब में भी अलग अलग शहरों में औरतों की तरफ से महिला किसान दिवस के मौके पर नाभा में जहां किसानों की तरफ से धरने दिए जा रहे हैं, वहीं औरतों की तरफ से भी धरनों में शामिल होकर केंद्र सरकार के खिलाफ जमकर नारेबाजी की गई है। इस मौके प्रदर्शनकारियों औरतों ने कहा कि जब तक ये काले कानून वापस नहीं होते तब तक हम जंग जारी रखेंगे। उन्होंने कहा कि जहां हमारे किसान भाई दिल्ली में धरने लगातार रोष प्रदर्शन कर रहे हैं और देश भर में महिला किसान दिवस मनाया जा रहा है। यही है कि जो ਦਿੱਲੀ ਦੇ ਵਿੱਚ ਬੈਠੇ ਕਿਸਾਨ ਮਜ਼ਦੂਰ ਨੇ ਜਿਹੜੇ ਉਹਨਾਂ ਦੇ ਨਾਲ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਬਹੁਤ ਹੀ ਭਾਰੀ ਹੈ ਜਿਹੜਾ ਉਹ ਉਹਨਾਂ ਦਾ ਰੋਲ ਹੈ। ਇੱਕ ਰੋਲ ਹੀ ਕਹਿ ਸਕਦੇ ਆਪਾਂ ਕਿ ਉਹ ਜਿਹੜੇ ਕਿਸਾਨ ਨੇ ਉਹ ਤਾਂ ਹੀ ਇੰਨੀ ਦੂਰ ਬੈਠੇ ਨੇ ਜਾ ਕੇ ਦਿੱਲੀ ਬਾਰਡਰ ਦੇ ਉੱਤੇ। ਜੇ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ, ਉਹਨਾਂ ਦੀਆਂ ਮਾਤਾਵਾਂ ਨੇ, ਉਹਨਾਂ ਦੀਆਂ ਭੈਣਾਂ ਨੇ, ਜੇ ਉਹ ਘਰ ਸਾਂਭ ਰਹੀਆਂ ਨੇ ਤਾਂ ਉਹ ਜਾ ਕੇ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ। ਮੋਦੀ ਸਰਕਾਰ ਨੇ ਤਾਂ ਕੋਈ ਕਸਰ ਨਹੀਂ ਛੱਡੀ ਹੈਗੀ ਸਾਨੂੰ ਸੜਕ ਤੇ ਲੈ ਕੇ ਆਉਣ ਦੀ, ਔਰ ਲੈ ਵੀ ਆਈ ਸਾਨੂੰ ਸੜਕ ਤੇ। ਜੇ ਅਸੀਂ ਆਪਣੇ ਹੱਕਾਂ ਲਈ ਨਹੀਂ ਲੜਾਂਗੇ, ਅੱਜ ਜੇ ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ ਸਾਰੇ ਆਪਣੇ ਹੱਕਾਂ ਦੇ ਲਈ ਨਹੀਂ ਲੜਾਂਗੇ ਤਾਂ ਸਾਨੂੰ ਭੀਖ ਮੰਗਣ ਲਈ ਇਹਨਾਂ ਨੇ ਕੋਈ ਕਸਰ नहीं छड़ी हुई कि ਅਸੀਂ ਭੀਖ ਮੰਗਣ ਲਈ ਸੜਕ ਦੇ ਉੱਤੇ ਆ ਜਾਈਏ। नाभा से सुखचैन सिंह की रिपोर्ट। दशमेश पिता श्री गुरु गोविंद सिंह जी के प्रकाश पर्व को समर्पित 5 प्यारों की अगुवाई में और श्री गुरु ग्रंथ साहब जी की छत्रछाया में विशाल नगर कीर्तन ऐतिहासिक गुरुद्वारा पहली पातशाही नानकसर पिंड ठक्करवाल द्वारा निकाला गया। नगर कीर्तन संगत के काफिले समेत गुरु घर से शुरू होकर जयकारों की गूंज के साथ पिंड ठक्करवाल की अलग अलग जगहों से होता हुआ वापस गुरु घर संपन्न हुआ। इतिहासकार बताते हैं कि गुरु नानक जी ने अपनी यात्रा दौरान गुरुद्वारा चरण कवल पहली पातशाही कीर्तपुर सचिव के स्थान से चलते हुए मुसलमान फकीर साईं बुड्ढन शाह ने निहाल करके लुधियाना शहर पहुंचे, जिसको आजकल गुरुद्वारा गौ घाट के नाम से भी जाना जाता है, जिसका नींव पत्थर वर्ष 1928 में महापुरुष संत गुरदयाल सिंह जी ने सतगुरु जी की प्रेरणा द्वारा उसारी करवाई। ਸਾਡੇ ਨਾਲ ਮੌਜੂਦ ਨੇ ਸਕੂਲ ਟੀਚਰ। ਮੇਰਾ ਨਾਮ ਸਰ ਪੂਜਾ ਵਰਮਾ ਹੈ। ਮੈਂ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੀ ਮੈਨੇਜਰ ਹਾਂ ਠੱਕਰਵਾਲ 'ਚ। ਇੱਥੇ ਅੱਜ ਅਸੀਂ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇ ਰਹੇ ਹਾਂ। ਠੱਕਰਵਾਲ ਪਿੰਡ ਦੇ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਹੈ ਜਿਹਦੇ ਬਾਰੇ ਸ਼ਾਇਦ ਲੁਧਿਆਣੇ ਦੀ ਕਾਫੀ ਸੰਗਤਾਂ ਨੂੰ ਪਤਾ ਨਹੀਂ ਹੈ। ਇਹ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਜਿਹੜੇ ਕਿ ਇੱਥੇ ਖੁਦ ਆਏ ਸੀ ਤੇ ਠਾਕੁਰਦਾਸ ਜੀ ਦੁਆਰਾ ਉਹਨਾਂ ਨੂੰ ਲੰਗਰ ਦੀ ਸੇਵਾ ਕਰਵਾਈ ਗਈ ਸੀ। ਸਨ 1928 ਦੇ ਵਿੱਚ ਇੱਥੇ ਉਹਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਅੱਜ ਜਿਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਨੇ ਲੰਗਰ ਛਕਿਆ ਸੀ ਉੱਥੇ ਇੱਕ ਇਤਿਹਾਸਿਕ ਗੁਰਦੁਆਰਾ ਬਣ ਗਿਆ ਹੈ। ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਜਨਮ ਦਿਹਾੜੇ ਤੇ ਇੱਕ ਨਗਰ ਕੀਰਤਨ ਕੱਢਿਆ ਗਿਆ, ਜਿਹਦੇ ਵਿੱਚ ਸਾਡੇ ਸਕੂਲ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਵਾਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿੱਤਾ। ਇੱਥੇ ਉਹਨਾਂ ਨੇ ਕੀਰਤਨ, ਕਵਿਤਾਵਾਂ, ਕਵਿਸ਼ਰੀ ਤੇ ਛੋਟੇ ਛੋਟੇ ਬੱਚਿਆਂ ਨੇ ਗੱਤਕੇ ਦਾ ਆਪਣਾ ਜੋਹਰ ਦਿਖਾਇਆ। ਸਭ ਤੋਂ ਛੋਟਾ ਬੱਚਾ ਜਿਹੜਾ ਕਿ ਗੱਤਕੇ ਦਾ ਉਹ ਸਾਰਾ ਹੀ 4.5 ਸਾਲ ਦਾ ਹੈ, ਜੋ ਕਿ UKG ਕਲਾਸ ਦਾ ਹੈ। ਅਸੀਂ 12 ਸਾਲ ਤੋਂ ਗੁਰਮਤਿ ਦੀ ਜਿਹੜੀ ਟਰੋਫੀ ਜਿੱਤਦੇ ਆਏ ਸੀ ਤੇ ਇਸੇ ਪਿਛਲੇ ਮਹੀਨੇ ਅਸੀਂ 13ਵੇਂ ਸਾਲ ਵੀ ਉਹ ਗੁਰਮਤਿ ਦੀ ਟਰੋਫੀ ਹੈ ਜਿਹੜੀ ਸ਼੍ਰੀ ਗੁਰੂ ਹਰਗੋਬਿੰਦ ਦੀ ਝੋਲੀ 'ਚ ਪਈ ਹੈ। ਅਸੀਂ ਗੁਰੂ ਜੀ ਤੋਂ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਆਪਣੀ ਮਿਹਰ ਭਰਿਆ ਹੱਥ ਸਾਡੇ ਉੱਤੇ ਇਸ ਤਰ੍ਹਾਂ ਹੀ ਰੱਖਣ ਤੇ ਜਿਹੜੀ ਦਿੱਲੀ ਦੇ ਵਿੱਚ ਸਾਡੇ ਕਿਸਾਨ ਵੀਰ ਬੈਠੇ ਨੇ ਉਹਨਾਂ ਦੀ ਵੀ ਜਲਦ ਤੋਂ ਜਲਦ ਮਨੋਕਾਮਨਾ ਪੂਰਨ ਹੋਣ ਤੇ ਆਪਣੇ ਪਰਿਵਾਰ 'ਚ ਆ ਕੇ ਆਪਣੇ ਖੁਸ਼ੀ-ਖੁਸ਼ੀ ਸਾਰੇ ਦਿਨ ਬਤੀਤ ਕਰਨ। ਮੈਡਮ ਇਹ ਜਿਹੜਾ ਨਗਰ ਕੀਰਤਨ ਹੈ ਮਤਲਬ ਅਕਸਰ ਪਹਿਲਾਂ ਸਾਲਾਂ ਵਿੱਚ ਵੀ ਸਕੂਲ ਵੱਲੋਂ ਕੱਢਿਆ ਜਾਂਦਾ ਸੀ? ਹਾਂਜੀ ਸਰ, ਇਹ ਬਹੁਤ ਸਾਲਾਂ ਤੋਂ ਜਦੋਂ ਇਹ ਸਕੂਲ ਬਣਿਆ ਸੀ ਉਦੋਂ ਤੋਂ ਹੀ ਅਸੀਂ ਇਹ ਸਕੂਲ ਇਹ ਗੁਰਦੁਆਰੇ ਦੇ ਨਾਲ ਜੋੜਿਆ ਹੋਇਆ ਹੈ, ਕਿਉਂਕਿ ਸਾਡੇ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਹੋਣਾ ਚਾਹੀਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਇਹੀ ਸਿੱਖਿਆ ਦਿੰਦੇ ਹਾਂ
ਕਿ ਆਪਣਾ ਵਿਰਸਾ ਇਤਿਹਾਸ ਕਦੀ ਨਹੀਂ ਭੁਲਾਉਣਾ ਚਾਹੀਦਾ। ਤੇ ਹਰ ਸਾਲ ਦੀ ਤਰ੍ਹਾਂ ਹਰੇਕ ਨਗਰ ਕੀਰਤਨ ਤੇ ਹਰੇਕ ਗੁਰੂ ਜੀ ਦੇ ਜਨਮ ਦਿਹਾੜੇ ਤੇ ਨਗਰ ਕੀਰਤਨ ਕੱਢੇ ਜਾਂਦੇ ਹਨ ਤੇ ਸਾਡਾ ਸਕੂਲ ਹੈ ਜਿਹੜਾ ਉਹ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦਾ। ਗੱਲ ਕੀਤੀ ਜਾਵੇ ਗੱਤਕੇ ਦੀ ਟ੍ਰੇਨਿੰਗ ਦੀ ਜਿਹੜੀ ਇਹ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ? ਹਾਂਜੀ, ਜਿਹੜੀ ਗੱਤਕੇ ਦੀ ਟ੍ਰੇਨਿੰਗ ਹੈ ਇਹ ਆਪਣੇ ਸਕੂਲ ਦੇ ਵਿੱਚ ਹੀ ਦਿੱਤੀ ਜਾਂਦੀ ਹੈ। ਬਹੁਤ ਸਾਰੇ ਪਰਿਵਾਰਾਂ ਦੇ ਨਾਲ ਬੱਚੇ ਸਾਡੇ ਨਾਲ ਜੁੜੇ ਹੈ, ਜਿਵੇਂ ਕਿ ਤੁਸੀਂ ਸਾਡਾ ਸਭ ਤੋਂ ਛੋਟਾ ਬੱਚਾ ਦੇਖ ਰਹੇ ਹੋ, ਇਹ UKG ਕਲਾਸ ਦਾ ਪੂਰਾ ਬਾਣੇ ਦੇ ਵਿੱਚ ਹੈ ਤੇ ਗੱਤਕੇ ਦਾ ਜੋਹਰ ਆਪਣਾ ਦਿਖਾ ਰਿਹਾ ਲਗਾਤਾਰ। ਜੇ ਇਸ ਨਗਰ ਕੀਰਤਨ ਦੇ ਵਿੱਚ ਨਗਰ ਕੀਰਤਨ ਦੀ ਸੇਵਾ ਕਰਦੇ ਹਨ, ਸੰਗਤਾਂ ਦੀ ਸੇਵਾ ਕਰਦੇ ਹਨ ਅਤੇ ਪਰਮਾਤਮਾ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਹਨ। ਸਾਡੇ ਸਕੂਲ ਦਾ ਮੇਨ ਮੋਟਿਵ ਇਹ ਹੈ ਕਿ ਬੱਚੇ ਆ ਜਿਹੜੇ ਆਪਣੇ ਇਤਿਹਾਸ ਨਾਲ ਜੁੜਨ, ਉਹ ਮੌਲਿਕ ਸਿੱਖਿਆ ਗ੍ਰਹਿਣ ਕਰਨ ਤਾਂ ਕਿ ਉਹਨਾਂ ਨੂੰ ਅੱਗੇ ਜੀਵਨ ਦੇ ਵਿੱਚ ਹਰ ਇੱਕ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਨ ਦੀ ਪ੍ਰੇਰਣਾ ਮਿਲ ਸਕੇ। ਮੈਸੇਜ ਮੇਰਾ ਇਹੀ ਹੈ ਜੀ, ਬੱਚਿਆਂ ਨੂੰ ਤੇ ਸਾਰੇ ਪੇਰੈਂਟਸ ਨੂੰ, ਬੱਚਿਆਂ ਨੂੰ ਉਤਸ਼ਾਹਿਤ ਕਰੋ, ਵੱਧ ਤੋਂ ਵੱਧ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਇਆ ਕਰਨ। ਉਹ ਜਦੋਂ ਨਗਰ ਕੀਰਤਨ ਵਿੱਚ ਆਉਣਗੇ, ਇਹੋ ਜਿਹੇ ਧਾਰਮਿਕ ਸਮਾਗਮਾਂ 'ਤੇ ਆਉਣਗੇ ਤਾਂ ਉਹਨਾਂ ਨੂੰ ਆਪਣੇ ਇਤਿਹਾਸ ਦੇ, ਆਪਣੇ ਪਿਛੋਕੜ ਦਾ ਪਤਾ ਲੱਗੂਗਾ, ਉਹਨਾਂ ਨੂੰ ਆਪਣੇ ਆਪ ਦਾ ਪਤਾ ਲੱਗੂਗਾ, ਆਪਣੇ ਸੈਲਫ ਕੰਟਰੋਲ ਕਿਵੇਂ ਕਰਨਾ। ਇਸ ਤਰ੍ਹਾਂ ਜੋ ਵੀ ਐਜੂਕੇਸ਼ਨ ਉਹ ਪ੍ਰਾਪਤ ਕਰਨਗੇ ਉਹਨੂੰ ਸਹੀ ਮਾਇਨਿਆਂ ਦੇ ਵਿੱਚ ਉਹ दुनियादारी ਦੇ ਵਿੱਚ ਵਰਤ ਸਕਦੇ ਨੇ। लुधियाना से मोहन के साथ राकेश की रिपोर्ट। नाभा में सचिव हटाओ शिक्षा बचाओ के नारे के अंतर्गत आज नाभा में सचिव का पुतला फूंका गया। पंजाब शिक्षा विभाग के सचिव कृष्ण कुमार ने ऑनलाइन शिक्षा को स्कूली शिक्षा का बदल बनाने के लिए एड़ी चोटी का जोर लगा रखा है। इस मौके डेमोक्रेटिक टीचर फ्रंट पंजाब के प्रधान विक्रम देव सिंह और महिला अध्यापक नेता ने कहा कि शिक्षा सचिव कृष्ण कुमार की ओर से शिक्षा के प्रति बुरी नीतियां हैं, जिससे पूरे पंजाब भर के अध्यापक दुखी हैं। उनका कहना है कि पंजाब शिक्षा सचिव कृष्ण कुमार पंजाब के सरकारी स्कूलों का निजीकरण करना चाहता है, जिससे पंजाब के अध्यापक चुप करके नहीं बैठेंगे, जिसके रोष के तौर पर आज हम सचिव कृष्ण कुमार का पुतला फूंक रहे हैं। कृष्ण कुमार अपने आदेशों को जबरदस्ती बच्चों और अध्यापकों को थोप रहा है। स्कूल लगने उपरांत ही हफ्तावारी टेस्ट, महीनावारी टेस्ट, प्री बोर्ड टेस्ट और बोर्ड के पेपर लो, ये सब उनकी तरफ से अध्यापकों पर दबाव बनाया जा रहा है, जिससे कि बच्चों का 100% नतीजा आए, परंतु यह संभव कैसे हो सकता है। डेमोक्रेटिक टीचर्स फ्रंट ਵੱਲੋਂ ਪੰਜਾਬ ਦੀਆਂ ਜਿੰਨੀਆਂ ਤਹਿਸੀਲਾਂ ਨੇ ਜਾਂ ਬਲਾਕ ਨੇ ਉਸ ਦੇ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਦਿੱਤਾ ਹੋਇਆ। ਉਹਦਾ ਕਾਰਨ ਇਹ ਆ ਕਿ ਜਿਵੇਂ ਕੇਂਦਰ ਦੇ ਵਿੱਚ ਮੋਦੀ ਸਰਕਾਰ ਆ ਜਿਹੜੀ ਉਹ ਨਿੱਜੀਕਰਨ ਦੀ ਜਿਹੜੀ ਹਨੇਰੀ ਚਲਾਉਣਾ ਚਾਹੁੰਦੀ ਆ, ਖੇਤ ਖੋਹਣਾ ਚਾਹੁੰਦੀ ਆ ਕਿਸਾਨਾਂ ਦੇ ਕੋਲੋਂ, ਪ੍ਰਾਈਵੇਟ ਮੰਡੀਆਂ ਕਰਨਾ ਚਾਹੁੰਦੀ ਆ, ਉਸੇ ਢੰਗ ਨਾਲ ਜਿਹੜਾ ਪੰਜਾਬ ਦਾ ਸਿੱਖਿਆ ਸਕੱਤਰ ਆ ਉਹ ਸਰਕਾਰੀ ਸਕੂਲਾਂ ਦਾ ਭੋਗ ਪਾਉਣਾ ਚਾਹੁੰਦਾ ਤੇ ਇਸ ਕਰਕੇ ਪੰਜਾਬ ਦੇ ਜਿਹੜੇ ਅਧਿਆਪਕ ਨੇ ਉਹ ਮੂਕ ਦਰਸ਼ਕ ਨਾ ਬਣ ਕੇ ਸਿੱਖਿਆ ਸਕੱਤਰ ਦਾ ਵਿਰੋਧ ਕਰਨ ਲਈ ਅੱਜ ਸੜਕ ਦੇ ਉੱਪਰ ਨਿਤਰੇ ਨੇ। ਸਾਡੀ ਮੰਗ ਇਹ ਆ ਕਿ ਸਕੱਤਰ ਆ ਜਿਹੜਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਉਹਨਾਂ ਨੂੰ ਇਸ ਮਹਿਕਮੇ ਦੇ ਵਿੱਚੋਂ ਚੱਲਦਾ ਕੀਤਾ ਜਾਵੇ ਤੇ ਇਹ ਜਿਹੜਾ ਮਹਿਕਮਾ ਜਿਸ ਨੂੰ ਉਹਨਾਂ ਨੇ ਇੱਕ ਝੂਠੇ ਅੰਕੜਿਆਂ ਦੀ ਖੇਡ ਬਣਾ ਕੇ ਰੱਖਤਾ। ਤੁਹਾਨੂੰ ਪਤਾ ਹੋਊਗਾ ਕਿ ਹੁਣ ਲੋਕਡਾਊਨ ਤੋਂ ਬਾਅਦ ਬੜੇ ਲੰਬੇ ਸਮੇਂ ਬਾਅਦ ਅਸੀਂ ਕਾਫੀ ਦੇਰ ਦੀ ਮੰਗ ਕਰ ਰਹੇ ਸੀ ਕਿ ਸਕੂਲ ਖੋਲ੍ਹੇ ਜਾਣ। ਹੁਣ ਸਕੂਲ ਖੁੱਲ੍ਹ ਚੁੱਕੇ ਨੇ, ਪਰ ਹੋਣਾ ਤਾਂ ਇਹ ਚਾਹੀਦਾ ਸੀ ਕਿ ਅਧਿਆਪਕਾਂ ਨੂੰ ਆਜ਼ਾਦੀ ਦਿੱਤੀ ਜਾਂਦੀ ਕਿ ਉਹ ਬੱਚਿਆਂ ਨੂੰ ਮਿਲ ਕੇ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ, ਉਹਨਾਂ ਨੂੰ ਪੜ੍ਹਾਉਣ, ਉਹਨਾਂ ਦਾ ਜੋ ਪਿਛਲਾ ਨੁਕਸਾਨ ਹੋ ਚੁੱਕਿਆ ਉਹਦੀ ਪੂਰਤੀ ਕਰਨ। ਪਰ ਹੋ ਇਹ ਰਿਹਾ ਕਿ ਜਦੋਂ ਸਕੂਲ ਖੁੱਲ੍ਹਦੇ ਨੇ ਉਸ ਤੋਂ ਤੁਰੰਤ ਬਾਅਦ ਲਓ ਜੀ ਹੁਣ ਹਫ਼ਤੇ ਵਾਲੇ ਟੈਸਟ ਲਾਓ, ਜਿਹਨਾਂ ਨੂੰ ਹਫ਼ਤਾਵਾਰੀ ਟੈਸਟ ਕਹਿ ਰਿਹਾ, ਫਿਰ ਉਸ ਤੋਂ ਬਾਅਦ ਕਹਿ ਰਿਹਾ ਮਹੀਨਾਵਾਰ ਟੈਸਟ ਲਾਓ, ਪ੍ਰੀ ਬੋਰਡ ਟੈਸਟ ਲਾਓ, ਬੋਰਡ ਦੇ ਪੇਪਰ ਲਾਓ। ਕਹਿਣ ਦਾ ਭਾਵ ਇਹ ਆ ਕਿ ਸਿੱਖਿਆ ਸਕੱਤਰ ਨੇ ਜੋ 100% ਮਿਸ਼ਨ ਜੋ ਪੰਜਾਬ ਸਰਕਾਰ ਵੀ ਪ੍ਰਚਾਰ ਰਹੀ ਆ ਉਸ ਨੂੰ ਪੂਰਾ ਕਰਨ ਦੀ ਜੋ ਉਸ ਦੇ ਉੱਪਰ ਧੁਨ ਸਵਾਰ ਆ ਉਸ ਦੇ ਵਿੱਚ ਉਹ ਹੋਰ ਕੁਝ ਨਹੀਂ ਦਿਖ ਰਿਹਾ। ਉਹਨੂੰ ਇਹ ਲੱਗਦਾ ਕਿ ਮਾਰਚ ਅਪ੍ਰੈਲ ਦੇ ਵਿੱਚ ਮੈਂ ਇਹ ਦਿਖਾ ਦਾਂ ਕਿ ਪੰਜਾਬ ਦੇ ਵਿੱਚ ਸਿੱਖਿਆ ਬਹੁਤ ਵਧੀਆ, 100% ਬੱਚੇ ਪਾਸ ਹੋ ਰਹੇ ਨੇ, 100% ਬੱਚੇ ਪੜ੍ਹ ਰਹੇ ਨੇ। ਪਰ ਅਸੀਂ ਤੁਹਾਡੇ ਸਾਹਮਣੇ ਗੱਲ ਇਹ ਰੱਖਣਾ ਚਾਹੁੰਦੇ ਆ ਕਿ ਪਿਛਲੇ 10 ਮਹੀਨਿਆਂ ਦੇ ਵਿੱਚ ਆਨਲਾਈਨ ਸਿੱਖਿਆ ਦੇ ਨਾਂ ਹੇਠ ਬੱਚਿਆਂ ਦੀ ਸਿੱਖਿਆ ਨਾਲ ਖਿਲਵਾੜ ਹੋਇਆ। ਟੀਚਰਾਂ ਨੂੰ ਬਾਂਹ ਮਰੋੜ ਕੇ ਮਜਬੂਰ ਕੀਤਾ ਗਿਆ ਕਿ ਤੁਸੀਂ ਇਹ ਸ਼ੋਅ ਕਰੋ ਕਿ 100% ਬੱਚੇ ਪੇਪਰ ਦੇ ਰਹੇ ਨੇ। ਟੀਚਰਾਂ ਨੂੰ ਮਜਬੂਰ ਕੀਤਾ ਗਿਆ ਕਿ ਤੁਸੀਂ ਇਹ ਸ਼ੋਅ ਕਰੋ, ਫਰਜ਼ੀ ਅੰਕੜੇ ਤਿਆਰ ਕਰੋ ਕਿ 100% ਬੱਚੇ ਪਾਸ ਹੋ ਰਹੇ ਨੇ, ਜਦ ਕਿ 100% ਬੱਚੇ ਨਾ ਤਾਂ ਉਦੋਂ ਹਿੱਸਾ ਲੈਂਦੇ ਸੀ ਜਦੋਂ ਸਕੂਲ ਪੂਰੇ ਖੁੱਲ੍ਹਦੇ ਸੀ, ਨਾ ਹੀ ਬੱਚੇ ਉਦੋਂ 100% ਪਾਸ ਹੁੰਦੇ ਸੀ।
ਤਾਂ ਇਸ ਕਰਕੇ ਸਿਰਫ ਤੇ ਸਿਰਫ ਕਾਂਗਰਸ ਸਰਕਾਰ ਦਾ ਸਿਆਸੀ ਜੋ ਡਰਾਮਾ ਉਸ ਨੂੰ ਪੂਰਾ ਕਰਨ ਲਈ ਸਿੱਖਿਆ ਸਕੱਤਰ ਇਹ ਕਰ ਰਹੇ ਨੇ। ਅਸੀਂ ਸਮਝਦੇ ਹਾਂ ਕਿ ਬਤੌਰ ਅਧਿਆਪਕ ਪੰਜਾਬ ਦੇ ਵਸਿੰਦੇ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਕਿ ਲੋਕਾਂ 'ਚ ਇਹ ਝੂਠ ਆ ਜਿਹੜਾ ਉਸ ਨੂੰ ਨੰਗਾ ਕਰੀਏ ਤੇ ਮੰਗ ਕਰੀਏ ਕਿ ਇਸ ਸਿੱਖਿਆ ਸਕੱਤਰ ਨੂੰ ਇਸ ਸਿੱਖਿਆ ਵਿਭਾਗ ਦੇ ਵਿੱਚੋਂ ਦਫਾ ਕਰਨਾ ਚਾਹੀਦਾ। ਜਦੋਂ ਕਿ ਐਜੂਕੇਸ਼ਨ ਵੱਲੋਂ ਜੇ ਕਾਲਜ ਪਹਿਲਾਂ ਖੁੱਲ੍ਹਣੇ ਚਾਹੀਦੇ, ਸਕੂਲ ਪਹਿਲਾਂ ਖੋਲ੍ਹਦੇ, ਕਾਲਜ ਹੀ ਖੁੱਲ੍ਹਣੇ। ਦੇਖੋ ਅਸੀਂ ਲਗਭਗ ਪਿਛਲੇ 6 ਮਹੀਨੇ ਤੋਂ ਮੰਗ ਕਰ ਰਹੇ ਹਾਂ ਕਿ ਕਰੋਨਾ ਜਿਹੜਾ ਉਹ ਉਸ ਦੀ ਹਰਡ ਇਮਿਊਨਿਟੀ ਬਣ ਚੁੱਕੀ ਆ। ਹਰਡ ਇਮਿਊਨਿਟੀ ਦਾ ਭਾਵ ਇਹ ਆ ਕਿ 70-80% ਲੋਕਾਂ ਨੂੰ ਇਹ ਕਰੋਨਾ ਹੋ ਚੁੱਕੇ ਆ ਤੇ ਉਸ ਦੇ ਵਿੱਚ ਵੀ ਜਿਹੜੇ ਬੱਚੇ ਨੇ ਜਾਂ ਕਾਲਜਾਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਉੱਪਰ ਤਾਂ ਕਰੋਨਾ ਦਾ ਸਭ ਤੋਂ ਘੱਟ ਅਸਰ ਆ ਕਿਉਂਕਿ ਉਹਨਾਂ ਦੀ ਇਮਿਊਨਿਟੀ ਸਾਡੇ ਨਾਲੋਂ ਸਟਰੋਂਗ ਹੁੰਦੀ ਆ। ਤਾਂ ਸਿਰਫ ਤੇ ਸਿਰਫ ਆਨਲਾਈਨ ਐਜੂਕੇਸ਼ਨ ਨੂੰ ਸਕੂਲੀ ਸਿੱਖਿਆ ਦਾ ਬਦਲ ਬਣਾਉਣ ਲਈ ਨਾ ਤਾਂ ਇਹਨਾਂ ਨੇ ਲੰਬਾ ਸਮਾਂ ਸਕੂਲ ਖੋਲ੍ਹੇ ਤੇ ਨਾ ਹੁਣ ਕਾਲਜ ਖੋਲ੍ਹੇ ਨੇ। ਸਾਨੂੰ ਇਹ ਲੱਗਦਾ ਵੀ ਕਾਲਜ ਖੋਲ੍ਹਣ ਤੋਂ ਇਹਨਾਂ ਨੂੰ ਤਾਂ ਡਰ ਲੱਗਦਾ ਕਿ ਜਿਹੜੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਧਰਨੇ ਚੱਲ ਰਹੇ ਨੇ, ਜੇ ਕਾਲਜ ਖੁੱਲ੍ਹਦੇ ਨੇ, ਯੂਨੀਵਰਸਿਟੀਆਂ ਖੁੱਲ੍ਹਦੀਆਂ ਨੇ ਤਾਂ ਜਿਹੜੇ ਉੱਥੋਂ ਦੇ ਬੱਚੇ ਨੇ, ਵਿਦਿਆਰਥੀ ਨੇ, ਉਹ ਭੀੜਾਂ ਉੱਧਰ ਵੱਲ ਘੱਤਣਗੇ। ਉਸ ਨੂੰ ਰੋਕਣ ਵਾਸਤੇ ਉਹ ਨਹੀਂ ਖੋਲ੍ਹੇ ਜਾ ਰਹੇ। ਬਹੁਤ ਸਾਰੇ ਪ੍ਰੋਗਰਾਮਸ ਚਲਾਏ ਜਾ ਰਹੇ ਨੇ ਜਿਵੇਂ ਕਿ ਈਚ ਵਨ ਆਸਕ ਵਨ ਹੈ, ਇੰਗਲਿਸ਼ ਬੂਸਟਰ ਕਲੱਬ ਹੈ ਜਾਂ ਬੜੀ ਗਰੁੱਪਸ ਹੈ। ਸੁਣਨ ਨੂੰ ਤਾਂ ਇਹ ਨਾਮ ਬੜੇ ਸੋਹਣੇ ਲੱਗਦੇ ਨੇ ਪਰ ਇਹਨਾਂ ਦੀ ਜੋ ਰਿਐਲਿਟੀ ਹੈ ਉਹ ਸਾਨੂੰ ਸਭ ਨੂੰ ਪਤਾ ਹੈ। ਇਹਨਾਂ ਦਾ ਸਿਰਫ ਇੱਕ ਰਿਕਾਰਡ ਤੁਸੀਂ ਮੇਨਟੇਨ ਕਰੀ ਚੱਲੋ, ਉਸ ਤੋਂ ਬਾਅਦ ਕੁਝ ਨਹੀਂ ਹੈ। ਇਹਨਾਂ ਦੇ ਵਿੱਚ ਤੁਸੀਂ ਰਜਿਸਟਰ ਲਗਾ ਲਓ ਜਾਂ ਇਸ ਤਰ੍ਹਾਂ, ਮਤਲਬ ਇਹ ਸਭ ਝੂਠਾ ਦਿਖਾਵਾ, ਇੱਕ ਦਿਖਾਵਾ ਰਹਿ ਗਿਆ। ਪੜ੍ਹਾਈ ਨੂੰ ਇੱਕ ਦਿਖਾਵਾ ਬਣਾ ਕੇ ਰੱਖਤਾ। ਮਤਲਬ ਜੋ ਜ਼ਮੀਰਾਂ ਵਾਲੇ, ਜਾਗਦੀਆਂ ਜ਼ਮੀਰਾਂ ਵਾਲੇ ਟੀਚਰਸ ਨੇ ਉਹ ਸ਼ਾਮ ਨੂੰ ਉਹ ਆਪ ਕਹਿੰਦੇ ਨੇ ਕਿ ਅੱਜ ਅਸੀਂ ਪੂਰਾ ਦਿਨ ਕੁਝ ਨਹੀਂ ਪੜ੍ਹਾਇਆ, ਸਿਰਫ ਰਿਕਾਰਡ ਮੇਨਟੇਨ ਕਰਨ 'ਤੇ ਲੱਗੇ ਰਹੇ। ਇਸ ਤੋਂ ਇਲਾਵਾ ਕਿ ਜੋ ਤੁਹਾਡੇ ਸਕੂਲ ਦੇ ਵਿੱਚ ਕੋਈ ਵੀ ਬੱਚਾ ਬਿਲੋ 40 ਨਹੀਂ ਹੋਣਾ ਚਾਹੀਦਾ, ਇਹ ਕਿਸੇ ਵੀ ਤਰ੍ਹਾਂ ਪੋਸੀਬਲ ਨਹੀਂ ਹੈ ਤੇ 100% ਸਾਰੇ ਬੱਚਿਆਂ ਦਾ ਰਿਜ਼ਲਟ ਹੋਣਾ ਚਾਹੀਦਾ ਹੈ। ਇਹ ਸਾਨੂੰ ਵੀ ਪਤਾ ਹੈ ਕਿ ਇਹੋ ਜਿਹਾ ਕੋਈ ਕੰਮ ਨਹੀਂ ਹੈ ਜਿਹਦੇ ਵਿੱਚ 100% ਪੋਸੀਬਲ ਹੋਵੇ, ਫਿਰ ਵੀ ਅਸੀਂ ਕਰ ਰਹੇ ਹਾਂ। ਕਿਉਂਕਿ ਉੱਪਰ ਕ੍ਰਿਸ਼ਨ ਕੁਮਾਰ ਦਾ ਡਰ ਪਾਇਆ ਹੋਇਆ ਹੈ। ਉਸ ਨੂੰ ਇੱਕ ਤਰ੍ਹਾਂ ਉਹ ਆਪਣੇ ਆਪ ਨੂੰ ਐਵੇਂ ਪੇਸ਼ ਕਰ ਰਿਹਾ ਹੈ ਕਿ ਮੈਂ ਹੀ ਇਸ ਮਹਿਕਮੇ ਦਾ ਸਭ ਤੋਂ ਉੱਪਰ ਵਾਲਾ ਅਧਿਕਾਰੀ ਹਾਂ, ਮੈਂ ਕੁਝ ਵੀ ਕਰ ਸਕਦਾ ਹਾਂ। ਇਸ ਕਰਕੇ ਉਹਨਾਂ ਨੇ ਚੈਕਿੰਗ ਟੀਮਾਂ ਬਣਾ ਕੇ ਸਕੂਲਾਂ ਦੇ ਵਿੱਚ ਭੇਜੀਆਂ ਜਾ ਰਹੀਆਂ ਨੇ ਜੋ ਆ ਕੇ ਟੀਚਰਸ 'ਤੇ ਪ੍ਰੈਸ਼ਰ ਪਾਉਂਦੀਆਂ ਨੇ ਮੈਂਟਲੀ ਵੀ, ਤੇ ਉਹਨਾਂ ਨੂੰ ਇਸ ਤਰ੍ਹਾਂ ਸ਼ੋਅ ਕੀਤਾ ਜਾਂਦਾ ਹੈ ਕਿ ਜੇ ਤੁਸੀਂ ਇਹ ਰਿਕਾਰਡ ਮੇਨਟੇਨ ਨਹੀਂ ਕਰੋਗੇ ਤਾਂ ਤੁਹਾਨੂੰ ਤਰਨਤਾਰਨ ਜਾਂ ਅੰਮ੍ਰਿਤਸਰ ਭੇਜ ਦਿੱਤਾ ਜਾਊਗਾ। ਤੇ ਇਹ ਚੀਜ਼ ਹੈ ਜੋ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਕਿ ਬਹੁਤ ਗਲਤ ਹੈ। ਜੇ ਤੁਸੀਂ ਟੀਚਰਸ ਨੂੰ ਖੁੱਲ੍ਹਾ ਛੱਡ ਦਿਓ ਤਾਂ ਫਿਰ ਉਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਪੜ੍ਹਾਵੇ, ਤਾਂ ਫਿਰ ਤੁਸੀਂ ਚਾਹੇ 100 ਦੀ ਬਜਾਏ 200% ਰਿਜ਼ਲਟ ਲੈ ਲਓ। ਪਰ ਨਹੀਂ, ਟੀਚਰਸ 'ਤੇ ਸਾਰਾ ਕੰਮ ਥੋਪਿਆ ਹੋਇਆ ਹੈ, ਧੱਕੇ ਨਾਲ ਉਹਨਾਂ ਨੂੰ ਦੇ ਰੱਖਿਆ ਹੈ। ਅੱਜ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਜੋ ਝੂਠਾ ਦਿਖਾਵਾ ਚੱਲ ਰਿਹਾ ਹੈ ਇਸ ਨੂੰ ਸ਼ੁਰੂ ਕਰਨ ਵਾਲਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਉਸ ਨੂੰ ਸਾਡੇ ਮਹਿਕਮੇ ਤੋਂ ਚੱਲਦਾ ਕੀਤਾ ਜਾਵੇ ਤੇ ਟੀਚਰਸ ਨੂੰ ਆਜ਼ਾਦ ਕੀਤਾ ਜਾਵੇ, ਅਧਿਆਪਕ ਨੂੰ ਆਜ਼ਾਦ ਕੀਤਾ ਜਾਵੇ ਕਿ ਉਹ ਬੱਚਿਆਂ ਨੂੰ ਆਪਣੀ ਮਰਜ਼ੀ ਦੇ ਨਾਲ ਪੜ੍ਹਾਵੇ। ਵੀ ਮੈਨੂੰ ਤਾਂ ਲੱਗਦਾ ਨਹੀਂ ਵੀ ਅਕਾਲੀ ਦਲ ਸਰਕਾਰ ਵੇਲੇ ਵੀ ਉਹੀ ਸੀ, ਹੁਣ ਕਾਂਗਰਸ ਵੇਲੇ ਵੀ। ਤੁਹਾਨੂੰ ਲੱਗਦਾ ਵੀ ਕਾਬਲ ਅਫਸਰ ਹੋ ਸਕਦੇ ਨੇ, ਇਹਨਾਂ ਨੂੰ ਚੇਂਜ ਕਿਉਂ ਕੀਤਾ ਜਾਵੇ? ਇਹਨਾਂ ਨੇ ਆਪਣੀ ਇਹ ਉਹੀ ਗੱਲ ਹੈ ਨਾ ਕਿ ਜਿਵੇਂ ਝੂਠੇ ਅੰਕੜੇ ਦਿਖਾ ਕੇ ਸਕੂਲਾਂ ਨੂੰ ਦਿਖਾਇਆ ਜਾ ਰਿਹਾ ਕਿ ਸਾਰੇ ਬੱਚਿਆਂ ਦੇ ਇੰਨੇ ਵਧੀਆ ਮਾਰਕਸ ਨੇ, ਉਵੇਂ ਹੀ ਇਹਦੀ ਕਾਬਲੀਅਤ ਹੈ। ਇਹ ਵੀ ਆਪਣੇ ਆਪ ਨੂੰ ਐਵੇਂ ਸ਼ੋਅ ਕਰ ਰਿਹਾ ਹੈ ਕਿ ਮੈਂ ਮਹਿਕਮੇ ਨੂੰ ਸਭ ਤੋਂ ਅੱਗੇ ਲੈ ਕੇ ਜਾ ਰਹੇ ਹਾਂ, ਜਦ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਇਹ ਕਿਸੇ ਵੀ ਹੋ ਸਕਦਾ ਹੈ ਕਿ ਇਹ ਕਿਸੇ ਹੋਰ ਪਾਸੇ ਕਾਬਿਲ ਹੋਵੇ, ਪਰ ਸਿੱਖਿਆ ਮਹਿਕਮੇ ਦੇ ਵਿੱਚ ਇਹਦੀ ਕਾਬਲੀਅਤ ਬਿਲਕੁਲ ਫੇਲ ਹੈ। ਤੁਹਾਡਾ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ? ਹਾਂਜੀ ਬਿਲਕੁਲ, ਜਦੋਂ ਤੱਕ ਇਹਨਾਂ ਨੂੰ ਇਸ ਮਹਿਕਮੇ ਤੋਂ ਫਰਗ ਨਹੀਂ ਕੀਤਾ ਜਾਂਦਾ ਅਸੀਂ ਇਸੇ ਤਰ੍ਹਾਂ ਆਪਣਾ ਸੰਘਰਸ਼ ਜਾਰੀ रखेंगे। धन्यवाद। नाभा से सुखचैन सिंह की रिपोर्ट। दिन ब दिन बढ़ती कड़ाके की ठंड और कोहरे ने जहां आम लोगों को जीना मुहाल कर दिया है, वहीं दूसरी तरफ ठंड की वजह से आम जनजीवन भी इससे काफी प्रभावित हुआ है, जिसके चलते लोग ठंड में अलाव का सहारा लेते हैं ताकि सर्दी से बचा जा सके। वहीं अधिक ठंड पड़ने पर अमीर लोग अक्सर रूम हीटर का सहारा लेते हैं और गरीब लोग ठंड से बचने के लिए अक्सर अंगीठी का सहारा लेते हैं। लेकिन एक बंद कमरे में अंगीठी का उपयोग करना भी कभी कभी गरीब परिवार के लिए बहुत महंगा पड़ सकता है। कुछ इसी तरह का एक मामला सामने आया है जिला फिरोजपुर के कस्बा मल्लावाला से, जहां एक परिवार के लोगों को कोयले वाली अंगीठी रात के समय कमरे में रखना उस वक्त महंगा पड़ गया जब 3 लोगों की अंगीठी के कारण मौत हो गई। बंद कमरे में जलती हुई अंगीठी की वजह से ऑक्सीजन की मात्रा कम हो गई और कमरे में जहरीली गैस की मात्रा बढ़ गई, जिससे तीनों की नींद में सोए हुए ही जहरीली गैस चढ़ने से मौत हो गई। आइए देखते हैं क्या है पूरा मामला। एक लेडीज दोस्त के लड़कियां भी रात ਨੂੰ ਕਮਰੇ ਵਿੱਚ ਅੰਗੀਠੀ ਬਾਲ ਕੇ ਸੌਣ ਕਰਕੇ ਮੌਤ ਹੋਣ ਬਾਰੇ ਪਤਾ ਲੱਗਣ ਤੇ ਮੈਂ ਮੌਕੇ ਤੇ ਪੁੱਜਾ ਤੇ ਲੜਕੀ ਦੇ ਪਿਤਾ ਦੇ ਰੂਪ ਸਿੰਘ ਦੇ ਬਿਆਨ ਤੇ 174 ਦੀ ਕਾਰਵਾਈ ਕਰਵਾ ਕਰਕੇ ਪੋਸਟਮਾਰਟਮ ਕੀਤਾ ਜਾ ਰਿਹਾ। ਅੱਗੇ ਜੋ ਹਾਲਾਤ ਹੋਣਗੇ ਕਾਰਵਾਈ ਕੀਤੀ ਜਾਵੇਗੀ। ਸਰ ਕਿੰਨੇ ਕੁ ਵਜੇ ਦੀ ਘਟਨਾ ਸੀ? ਇਹ ਕੋਈ ਰਾਤ
ਕਮਰੇ ਸੁੱਤੇ ਨੇ ਅੰਗੀਠੀ ਸਾਨੂੰ ਤਾਂ ਸਵੇਰੇ ਸਵੇਰ ਇਤਲਾਹ ਮਿਲੀ ਆ, ਫਿਰ ਮੈਂ ਆਇਆ ਇੱਥੇ ਜੀ ਮੌਕਾ 'ਤੇ ਜੀ। ਚੰਗਾ ਜੀ। ਸਤਨਾਮ ਸਿੰਘ ਜੀ, ਜਿਹੜੀ ਘਟਨਾ ਹੋਈ ਹੈ ਕਿਵੇਂ ਹੋਈ ਹੈ, ਕੀ ਕਾਰਨ? ਇਹ ਸੁਬਾਹ 6 ਵਜੇ ਦੀ ਗੱਲ ਹੈ ਜੀ। ਹਾਂਜੀ 6 ਵਜੇ ਦੀ ਗੱਲ ਹੈ। ਜਦੋਂ ਮੈਂ 6 ਵਜੇ ਗਿਆ ਤੇ ਘਰ ਦੇ ਮੇਰੇ ਕਹਿੰਦੇ ਵੀ ਤੂੰ ਬਾਅਦ 'ਚ ਕੰਮ ਕਰੀ ਜਿਹੜਾ ਵੀ ਕਰਨ ਵਾਲਾ, ਤੇ ਪਹਿਲਾਂ ਆਹ ਲੋਕ ਖੋਲ੍ਹ। ਮੈਂ ਲੋਕ ਖੋਲ੍ਹਿਆ ਤੇ ਜਦੋਂ ਮੈਂ ਲੋਕ ਖੋਲ੍ਹਿਆ ਤੇ ਅੰਦਰ ਤਿੰਨਾਂ ਦੀ ਡੈਥ ਹੋਈ ਸੀ। ਤਿੰਨੇ ਵੀ ਠੰਡ ਨਾਲ ਪੂਰੇ ਆਕੜੇ ਪਏ, ਕਿਤੇ ਰਾਤ ਦੀ 12-1 ਵਜੇ ਦੀ ਕਿਤੇ ਪੂਰੇ ਹੋ ਗਏ ਜੀ। ਤੁਹਾਡੇ ਕੀ ਲੱਗਦੇ? ਮੇਰੇ ਭਰਜਾਈ ਲੱਗਦੀ। ਤੁਸੀਂ ਕਿਹੜੀ ਸਾਈਡ ਤੇ ਪਏ? ਅਸੀਂ ਇਹੀ ਆਪਦੇ ਅੰਦਰ ਇੱਧਰਲੀ ਸਾਈਡ ਪਏ ਜੀ। ਕੋਈ ਸਾਡੀ ਕਿਸੇ ਨਾਲ ਕੋਈ ਵੈਰ ਦੁਸ਼ਮਣੀ ਕੋਈ ਕਿਸੇ ਨਾਲ ਨਹੀਂ ਸੀ, ਵਧੀਆ ਅਸੀਂ ਰਹਿੰਦੇ ਸੀਗੇ। ਮੈਨੂੰ ਕਹਿੰਦੇ ਵੀ ਬੂਹਾ ਲਾ ਦੇ ਸਾਡਾ, ਮੱਲਾਂ ਵਾਲੇ ਮੈਨੂੰ ਪੈਸੇ ਦਿੱਤੇ ਉਹਨਾਂ ਨੇ, ਕਹਿੰਦੇ ਵੀ ਬੂਹਾ ਲਾ ਦੇ, ਤੇ ਮੈਂ ਕਿਹਾ ਚੱਲ ਲਾ ਦਾਂਗੇ। ਮੈਂ ਕਿਹਾ ਸੁਬਾਹ ਲਾ ਦਾਂਗੇ। ਤੇ ਸ਼ਾਮ ਨੂੰ ਕਿਤੇ ਗੀਠੀ ਇੱਧਰ ਪਈ ਸੀਗੀ ਤੇ ਮੰਮੀ ਕੋਲ ਗੀਠੀ ਚੱਕ ਕੇ ਲੈ ਗਏ, ਕਹਿੰਦੇ ਮੁੰਡੇ ਨੇ ਸਕੂਲੇ ਜਾਣਾ ਇਹਨਾਂ ਨੇ ਤੇ ਅੱਗ ਉੱਗ ਸਕਾ ਦਿੰਦੇ ਇਹਨਾਂ ਨੇ। ਤੇ ਉਹ ਕਿਤੇ ਬਾਹਰੋਂ ਇਹਨਾਂ ਨੇ ਕੁੰਡਾ ਲਾ ਲਿਆ ਤੇ ਅੰਦਰੇ ਕਿਤੇ ਗੀਠੀ ਗੈਸ ਬਣ ਗਈ ਤੇ ਹਾਂਜੀ। ਤੁਹਾਨੂੰ ਸਵੇਰ ਕਿੰਨੇ ਵਜੇ ਪਤਾ ਲੱਗਾ? ਸਾਨੂੰ ਤਾਂ ਸਵੇਰ ਜੀ 6 ਵਜੇ 6:30 ਵਜੇ ਪਤਾ ਲੱਗਿਆ ਜੀ। ਜਦੋਂ ਨਹੀਂ ਤਾਂ ਅੱਗੇ 5 ਵਜੇ ਸਾਨੂੰ ਛੋਟਾ ਮੁੰਡਾ ਉੱਠ ਖੜਦਾ ਜੀ, ਸਾਨੂੰ ਸਾਰਿਆਂ ਨੂੰ उठा देता। फिरोजपुर से पंकज कुमार की रिपोर्ट। भगवान श्री राम के परम धाम श्री अयोध्या जी के भगवान श्री राम के परम धाम श्री अयोध्या जी में बनने जा रहे भव्य एवं दिव्य श्री राम मंदिर के लिए श्री राम जन्मभूमि मंदिर निर्माण निधि समर्पण समिति की ओर से पंजाब के जिला फिरोजपुर में समूह समिति के योगदान से एक विशाल ध्वजा पद यात्रा शहर के मालवा खालसा स्कूल के नजदीक उद्यम सिंह चौक से निकाली गई, जिसमें फिरोजपुर शहर वासियों ने बढ़ चढ़कर शमूलियत करते हुए सेवा भाव से इस ध्वजा यात्रा में सम्मिलित होकर राम नाम का सिमरण करते हुए पुण्य प्राप्त किया। अयोध्या में बनने जा रहे इस मंदिर को लेकर जहां राम भक्तों में खुशियां देखी जा रही हैं, वहीं इसको लेकर आमजन भी खासे उत्साहित नजर आ रहे हैं। फिरोजपुर में निकाली गई जो ध्वजा यात्रा फिरोजपुर शहर स्थित दिल्ली गेट मेन बाजार से होती हुई महावीर मंदिर नमक मंडी से संपन्न हुई। इस पदयात्रा के दौरान समिति के कार्यकर्ताओं ने इस पूरे कार्यक्रम से मित्र वासियों को अवगत कराते हुए बताया कि जनसंपर्क के माध्यम से मंदिर निर्माण में सहयोग के लिए समिति से जुड़े हुए कार्यकर्ता राम भक्तों के घर घर जाएंगे और जब भगवान राम के स्वर्ण मंदिर निर्माण के लिए दान चंदा के रूप में सेवा के रूप में स्वीकार करके ट्रस्ट को मंदिर निर्माण कराने के लिए सहयोग देंगे। जय श्री राम। मैं सरबजीत शर्मा, प्रेजिडेंट एक प्रयास वेलफेयर सोसाइटी। ਅੱਜ ਸਾਡੇ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਜੋ ਮੰਦਿਰ ਹੈ ਉਹਦਾ ਨਿਰਮਾਣ ਕਾਰਜ ਸ਼ੁਰੂ ਹੋ ਰਿਹਾ ਹੈ, ਨੀਂਹ ਪੱਥਰ ਰੱਖਿਆ ਗਿਆ ਹੈ। ਅੱਜ ਉਹਦੇ ਉਪਲਕਸ਼ ਦੇ ਵਿੱਚ ਹੀ ਅਸੀਂ ਫਿਰੋਜ਼ਪੁਰ ਦੇ ਵਿੱਚ ਇਹ ਸ਼ੋਭਾ ਯਾਤਰਾ ਨਿਕਾਲੀ ਹੈ। ਕੱਲ ਤੋਂ ਘਰ ਘਰ ਜਾ ਕੇ ਰਾਮ ਚੰਦਰ ਜੀ ਦੇ ਮੰਦਿਰ ਦੇ ਵਾਸਤੇ ਸਭ ਦਾ ਯੋਗਦਾਨ ਪਾਇਆ ਜਾਏਗਾ, ਚੰਦਾ ਲਿੱਤਾ ਜਾਏਗਾ, ਕਿਉਂਕਿ ਇਹ ਸਾਡੇ ਈਸ਼ਟ ਸਾਡੇ ਪ੍ਰਭੂ ਸਾਡੇ ਰੱਬ ਦਾ ਮੰਦਿਰ ਹੈ। ਇਹਦੇ ਵਿੱਚ ਸਾਡੇ ਸਭ ਦਾ ਯੋਗਦਾਨ ਪੈਣਾ ਬਹੁਤ ਜ਼ਰੂਰੀ ਹੈ। ਇਹ ਸਾਡੇ ਸਭ ਦਾ ਕੰਮ ਹੈ। ਇਸ ਕਰਕੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਇਹ ਅਪੀਲ ਹੈ ਕਿ ਵੱਧ ਚੜ ਕੇ ਅਸੀਂ ਸ਼੍ਰੀ ਰਾਮ ਚੰਦਰ ਜੀ ਦਾ ਮੰਦਿਰ ਬਣਾਉਣ ਵਾਸਤੇ ਆਪਣਾ ਸਹਿਯੋਗ ਦਈਏ। ਜੈ ਸ਼੍ਰੀ ਰਾਮ। ਅੱਜ ਕਿਹੜੀ ਸੁਸਾਇਟੀਆਂ ਜਾਂ ਕਿਹੜੇ ਲੋਕ ਇਕੱਠੇ ਹੋਏ ਤੁਹਾਡੇ ਨਾਲ, ਬਾਹਰੋਂ ਆਏ ਜਾਂ ਕਿਸ ਤਰ੍ਹਾਂ? ਅੱਜ ਜੀ ਇਹ ਵਿਸ਼ਵ ਹਿੰਦੂ ਪਰਿਸ਼ਦ ਦੇ ਬਜਰੰਗ ਦਲ ਵੱਲੋਂ ਇਹ ਜਿਹੜੀ ਯਾਤਰਾ ਰੱਖੀ ਗਈ ਸੀ, ਪਰ ਇਹਦਾ ਸਹਿਯੋਗ ਫਿਰੋਜ਼पुर ਦੀ ਸਭ ਧਾਰਮਿਕ ਜਥੇਬੰਦੀਆਂ सोशल जथेबंदियों ने दिता है। फिरोजपुर से पंकज की रिपोर्ट। ये थे आज के धार्मिक और सामाजिक समाचार। कल फिर हाजिर होंगे। अब राजेश मैना को दें इजाजत। धन्यवाद। जय जिनेंद्र।